ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸਟੂਡੈਂਟਸ, ਅੱਜ ਆਪਾਂ ਜਿਹੜੇ ਟੌਪਿਕ ਬਾਰੇ ਡਿਸਕਸ਼ਨ ਕਰਨੀ ਆ ਉਸ ਟੌਪਿਕ ਦਾ ਨਾਮ ਹੈ ਜੀ ਕੋਵੇਲੈਂਟ ਬੌਂਡ। ਸੋ ਆਪਾਂ ਕੈਮੀਕਲ ਬੌਂਡਿੰਗ ਵਾਲਾ ਚੈਪਟਰ ਕਰ ਰਹੇ ਸੀਗੇ। ਕੈਮੀਕਲ ਬੌਂਡਿੰਗ ਦੇ ਵਿੱਚ ਦੋ ਬੌਂਡਸ ਜਿਹੜੀਆਂ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪਹਿਲੀ ਜਿਹੜੀ ਆਪਾਂ ਬੌਂਡ ਡਿਸਕਸ ਕੀਤੀ ਸੀ ਉਹਦਾ ਨਾਮ ਸੀ ਆਇਨਿਕ ਬੌਂਡ। ਹੁਣ ਜਿਹੜੀ ਬੌਂਡ ਡਿਸਕਸ ਕਰਨ ਜਾ ਰਹੇ ਹਾਂ that bond is known as the covalent bond. So what is the covalent bond? Covalent bond, this bond is formed, this bond matlab force of attraction, this bond is formed by the mutual sharing of electrons between two combining atoms. This bond is formed by the mutual मतलब बराबरी दी sharing ਦੇ through बनती है। This bond is formed by the mutual sharing of electrons between two combining atoms. That type of bonding is known as the covalent bonding. For example, formation of hydrogen molecule, formation of H2 hydrogen molecule. Dot पाती मैं please. Hydrogen molecule, right? Hydrogen molecule राजे साडे कोल किस तरीके नाल बनदा है? हाइड्रोजन मॉलिक्यूल ਜਦੋਂ ਦੋ ਹਾਈਡਰੋਜਨ ਐਟਮ ਇੱਕ ਦੂਜੇ ਨਾਲ ਕੰਬਾਈਨ ਹੁੰਦੇ ਆ ਥਰੂ ਕੋਵੈਲੈਂਟ ਬੌਂਡ, ਹਾਈਡਰੋਜਨ ਮੋਲੀਕਿਊਲ ਬਣਦਾ ਹੈ, ਰਾਈਟ। ਹੁਣ ਇਹਨੂੰ ਮੈਂ ਲਿਊਇਸ ਰਿਪਰੈਜ਼ੈਂਟੇਸ਼ਨ ਮਤਲਬ ਲਿਊਇਸ ਡਾਟ ਸਿੰਬਲ ਦੇ ਥਰੂ ਬਣਾਉਣ ਦੀ ਕੋਸ਼ਿਸ਼ ਕਰੂੰਗੀ। ਸੋ ਇਹਦੇ ਚ ਪਹਿਲਾਂ ਐਲੀਮੈਂਟ ਰਿਕੋਗਨਾਈਜ਼ ਕਰੋ ਕਿਹੜਾ ਹੈ ਐਲੀਮੈਂਟ। ਜੀ ਸਾਡੇ ਕੋਲ ਹਾਈਡਰੋਜਨ ਹੈ, ਹਾਈਡਰੋਜਨ, ਰਾਈਟ। ਸਟੈਪ ਬਾय ਸਟੈਪ ਮਤਲਬ ਜਦੋਂ ਵੀ ਇਹ ਕੋਈ ਵੀ ਬੌਂਡ ਬਣਾਉਣੀ ਮੈਂ ਤੁਹਾਨੂੰ ਸਿਖਾਈ ਹੈ। ਪਹਿਲੇ ਨੰਬਰ ਤੇ ਉਹਦਾ ਮੋਲੀਕਿਊਲ ਕਿੱਦਾਂ ਬਣਦਾ ਉਹ ਦੱਸਿਆ, ਦੂਸਰੇ ਨੰਬਰ ਤੇ ਮੈਂ ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੀ ਹੈ, ਤੀਸਰੇ ਨੰਬਰ ਤੇ ਮੈਂ ਉਹਦੇ ਲਿਊਇਸ ਡਾਟ ਸਿੰਬਲ ਲਿਖੇ ਆ, ਲਿਊਇਸ ਫਾਰਮੂਲਾ ਲਿਖਿਆ, ਇੱਦਾਂ ਕਹਿ ਲਓ, ਠੀਕ ਹੈ। ਸੋ ਸਾਡੇ ਕੋਲ ਐਲੀਮੈਂਟ ਕਿਹੜਾ ਹੈ ਜੀ? ਹਾਈਡਰੋਜਨ। ਹਾਈਡਰੋਜਨ ਦਾ ਐਟੋਮਿਕ ਨੰਬਰ 1 ਹੈ, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਬਣੂਗੀ? 1s1, ਰਾਈਟ। ਸੋ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ 1s1। ਹਾਈਡਰੋਜਨ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ? 1 ਹੈ, ਦਿਸ ਵਨ, ਠੀਕ ਹੈ। ਦੂਸਰਾ ਰਾਜੇ ਸਾਡੇ ਕੋਲ ਦੂਸਰਾ ਹਾਈਡਰੋਜਨ ਐਟਮ, ਇਹਦੇ ਵੀ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ? 1, ਲੇਕਿਨ ਚਾਹੀਦੇ ਕਿੰਨੇ 2 ਹੈ। ਇਹ ਜੇ ਇਹਨਾਂ ਦੋਨਾਂ ਇਲੈਕਟ੍ਰੋਨਸ ਨੂੰ ਇਹਦਾ ਲਿਊਇਸ ਡਾਟ ਸਿੰਬਲ ਕਿਸ ਤਰ੍ਹਾਂ ਲਿਖੋਗੇ? ਇਹਦਾ ਲਿਊਇਸ ਡਾਟ ਸਿੰਬਲ ਦੈਟ ਇਜ਼ this one, ठीक है। दो हाइड्रोजन एटम है, एक दूजे नाल किद्दां जुड़नगे? आ ਇਹਦਾ ਇੱਕ ਇਲੈਕਟ੍ਰੋਨ, ਆ ਇਹਦਾ ਇੱਕ ਇਲੈਕਟ੍ਰੋਨ, ਦੋਨੇ ਆਪਣੇ ਇਲੈਕਟ੍ਰੋਨ ਨੂੰ ਮਿਡਲ ਦੇ ਵਿੱਚ ਰੱਖ ਲੈਣਗੇ, ਦਿਸ ਵਨ, ਰਾਈਟ। ਸੋ ਇਸ ਬੌਂਡ ਦੇ ਨਾਲ ਇਹ ਦੋਨੋਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਜੁੜ ਗਏ। ਸੋ ਦਿਸ ਇਜ਼ ਦ ਹਾਈਡਰੋਜਨ ਮੋਲੀਕਿਊਲ, ਰਾਈਟ। ਇਹਨਾਂ ਦੇ ਵਿੱਚ ਆ ਜਿਹੜੀ ਬੌਂਡ ਬਣੇਗੀ ਆ ਇਹ ਇੱਕੋ, ਇਹਨੇ ਵੀ ਇੱਕ ਇਲੈਕਟ੍ਰੋਨ ਕੰਟਰੀਬਿਊਟ ਕੀਤਾ, ਇਹਨੇ ਵੀ ਇੱਕ ਇਲੈਕਟ੍ਰੋਨ ਕੰਟਰੀਬਿਊਟ ਕੀਤਾ। ਮਤਲਬ ਹਾਈਡਰੋਜਨ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਚਾਹੀਦੇ ਸੀ? 2 ਇਲੈਕਟ੍ਰੋਨ ਪੂਰੇ ਕਰਨ ਵਾਸਤੇ ਇਹ ਦੂਸਰੇ ਐਟਮ ਦੇ ਨਾਲ ਆਪਣੇ ਇਲੈਕਟ੍ਰੋਨ ਸ਼ੇਅਰ ਕਰ ਲੈਂਦਾ। ਜੇ ਤਾਂ ਹੁੰਦੀ ਇਹਨਾਂ ਚੋਂ ਇੱਕ ਚੀਜ਼ ਮੈਟਲ ਇੱਕ ਨਾਨ ਮੈਟਲ ਤਾਂ ਟ੍ਰਾਂਸਫਰ ਹੋਣੀ ਸੀ ਇਲੈਕਟ੍ਰੋਨ ਦੀ, ਲੇਕਿਨ ਦੋਨੇ ਹੀ ਚੀਜ਼ਾਂ ਨਾਨ ਮੈਟਲ ਹੈ ਤਾਂ ਨਾਨ ਮੈਟਲ ਦੇ ਕੇਸ ਦੇ ਵਿੱਚ ਇਲੈਕਟ੍ਰੋਨ ਟ੍ਰਾਂਸਫਰ ਤਾਂ ਪੋਸੀਬਲ ਨਹੀਂ ਹੈਗੀ। ਤਾਂ ਕੀ ਚੀਜ਼ ਪੋਸੀਬਲ ਹੈ ਕਿ ਇਹ ਇਲੈਕਟ੍ਰੋਨ ਨੂੰ ਸ਼ੇਅਰ ਕਰ ਸਕਦੇ ਆ, ਠੀਕ ਹੈ। ਤਾਂ ਇਹਨਾਂ ਨੇ ਆਪਣਾ ਇੱਕ ਇਲੈਕਟ੍ਰੋਨ ਮਿਡਲ ਦੇ ਵਿੱਚ ਰੱਖ ਲਿਆ। ਹੁਣ ਇਹ ਇਲੈਕਟ੍ਰੋਨ ਇਸ ਦਾ ਵੀ ਹੈ, ਇਹਦੇ ਵੀ 2 ਇਲੈਕਟ੍ਰੋਨ ਪੂਰੇ, ਇਸ ਦਾ ਵੀ ਇਹਦੇ ਵੀ 2 ਇਲੈਕਟ੍ਰੋਨ ਪੂਰੇ। ਸੋ ਦਿਸ ਇਜ਼ ਦ ਹਾਈਡਰੋਜਨ ਬੌਂਡ, ਹਾਈਡਰੋਜਨ ਬੌਂਡ, hydrogen bonding. This is the covalent bond. This is covalent bond, right? So this is covalent bond formation through the formation of hydrogen molecule. Where of this? ਸੋ ਇਹ ਬੌਂਡ ਦੇ ਕੇਸ ਦੇ ਵਿੱਚ ਜਿਸ ਤਰ੍ਹਾਂ ਅਸੀਂ ਆਇਨਿਕ ਬੌਂਡ ਕਿਹਾ ਸੀਗਾ ਕਿ ਮੈਟਲ ਨਾਨ ਮੈਟਲ ਦੇ ਵਿੱਚ ਬਣਦੀ ਹੈ, ਇਹ ਹਮੇਸ਼ਾ ਕਿਹਦੇ ਵਿੱਚ ਬਣਦੀ ਹੈ? ਨਾਨ ਮੈਟਲ ਐਟਮਸ ਦੇ ਵਿੱਚ, ਰਾਈਟ। ਸੋ ਅੱਗੇ ਕੋਵੈਲੈਂਟ ਬੌਂਡ ਫਾਰਮੇਸ਼ਨ ਦੇ ਵਿੱਚ ਅਗਲਾ ਕੇਸ ਆਪਾਂ ਜਿਹੜਾ ਟਾਈਪਸ ਆਫ ਕੋਵੈਲੈਂਟ ਬੌਂਡਸ ਡਿਸਕਸ ਕਰਦੇ ਹਾਂ।
टाइप्स ऑफ कोवलेंट बॉन्ड ਉਹਦੇ ਵਿੱਚ ਮੈਂ ਅਲੱਗ-ਅਲੱਗ ਤਰ੍ਹਾਂ ਦੀਆਂ ਹੋਰ ਕੋਵਲੈਂਟ ਬੌਂਡ ਡਿਸਕਸ ਕਰੂੰਗੀ टाइप्स ऑफ कोवेलेंट bond types of covalent bonds are of three type one is single covalent bond, second one is double bond, third one is triple bond। ਹੁਣ ਬੇਟਾ ਜੇ ਕਿਸੇ ਐਟਮ ਦੇ ਵਿੱਚ ਇੱਕ ਬੌਂਡ ਦੋ ਬੌਂਡ ਤਿੰਨ ਬੌਂਡ ਪ੍ਰੈਜ਼ੈਂਟ ਹਨ ਉਹਨੂੰ ਅਸੀਂ ਕਹਿੰਦੇ ਬੌਂਡ ਮਲਟੀਪਲਿਸਿਟੀ ਰਾਈਟ। ਤਾਂ ਬੌਂਡ ਮਲਟੀਪਲਿਸਿਟੀ ਦੇ ਮੁਤਾਬਿਕ ਕੋਵਲੈਂਟ ਬੌਂਡ ਤਿੰਨ ਤਰ੍ਹਾਂ ਦੀ ਹੁੰਦੀ ਹੈ ਸਿੰਗਲ ਕੋਵਲੈਂਟ ਬੌਂਡ ਡਬਲ ਤੇ ਟ੍ਰਿਪਲ। ਸੋ ਪਹਿਲਾਂ ਆਪਾਂ ਜਿਹੜੀ ਬੌਂਡ ਡਿਸਕਸ ਕਰਨ ਲੱਗੇ ਹਾਂ ਦੈਟ ਇਜ਼ ਸਿੰਗਲ ਕੋਵਲੈਂਟ ਬੌਂਡ। ਸਿੰਗਲ covalent bond, this bond is formed by the sharing of one pair of इस गल ते स्ट्रेस देना वन पेयर मतलब एक जोड़ा सिर्फ वन पेयर ऑफ इलेक्ट्रॉन्स between two combining atoms. So this bond is formed by the sharing of one pair of electrons between two combining atoms. ਜਦੋਂ ਦੋ ਕੰਬਾਈਨਿੰਗ ਐਟਮ ਦੇ ਵਿੱਚ ਸਿਰਫ ਇੱਕੋ ਹੀ ਇਲੈਕਟ੍ਰੋਨ ਦਾ ਜਿਹੜਾ ਸ਼ੇਅਰ ਹੁੰਦਾ ਹੈ ਤਦ ਕਿਹੜੀ ਬੌਂਡ ਬਣਦੀ ਹੈ ਸਿੰਗਲ ਕੋਵਲੈਂਟ ਬੌਂਡ ਰਾਈਟ। ਜਿਵੇਂ ਹਾਈਡਰੋਜਨ ਦਾ ਕੇਸ ਅਸੀਂ ਲਿੱਤਾ ਸੀ ਹਾਈਡਰੋਜਨ ਦੇ ਕੇਸ ਦੇ ਵਿੱਚ ਦੋਨਾਂ ਹਾਈਡਰੋਜਨ ਐਟਮ ਨੇ ਆਪਸ ਦੇ ਵਿੱਚ ਕਿੰਨੇ ਜੋੜੇ ਸ਼ੇਅਰ ਕੀਤੇ ਆ ਸਿਰਫ ਇੱਕ ਜੋੜਾ ਰਾਈਟ। ਤਾਂ ਇੱਕ ਜੋੜੇ ਮਗਰ ਇਹਨਾਂ ਦੇ ਵਿੱਚ ਜਿਹੜੀ ਕੋਵਲੈਂਟ ਬੌਂਡ ਬਣੂਗੀ ਇੱਕੋ ਹੀ ਬਣੂਗੀ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਆ ਦਿਸ ਇਜ਼ ਦਾ ਸਿੰਗਲ ਕੋਵਲੈਂਟ ਬੌਂਡ। ਇਜ਼ ਦਿਸ ਕਲੀਅਰ? ਸਿੰਗਲ ਕੋਵਲੈਂਟ ਬੌਂਡ ਰਾਈਟ। ਸਿੰਗਲ ਕੋਵਲੈਂਟ ਬੌਂਡ ਹੋਰ ਆਪਾਂ ਇਹਦੇ ਕੇਸਿਸ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਇੱਕ ਵਾਰੀ ਸਿੰਪਲ ਕੇਸਿਸ ਲੈ ਕੇ ਆਪਾਂ ਇਹਨਾਂ ਦੀਆਂ ਟਾਈਪ ਡਿਸਕਸ ਕਰ ਲਈਏ ਰਾਈਟ। ਨੈਕਸਟ ਆ ਗਈ ਅਗਲੇ ਟਾਈਪ ਦੀ ਬੌਂਡਿੰਗ ਦੈਟ ਇਜ਼ ਡਬਲ ਕੋਵਲੈਂਟ ਬੌਂਡ। ਕਿਹੜੀ ਬੌਂਡ ਹੈ? double covalent bond right। so this double covalent bond this bond is formed by the sharing of one ਦੀ ਜਗ੍ਹਾ ਤੇ ਬਸ 2 ਕਰ ਦੋ this bond is formed by the sharing of two pairs of electrons between two combining atoms। ਜਦੋਂ ਦੋ ਜੁੜਨ ਵਾਲੇ ਐਟਮ ਦੋ ਜੋੜੇ ਸ਼ੇਅਰ ਕਰਨ ਇਲੈਕਟ੍ਰੋਨ ਦੀ ਤਦ ਉਹਨਾਂ ਦੇ ਵਿੱਚ ਕਿਹੜੀ ਬੌਂਡ ਬਣਦੀ ਹੈ ਡਬਲ ਕੋਵਲੈਂਟ ਬੌਂਡ। ਡਬਲ ਕੋਵਲੈਂਟ ਬੌਂਡ ਦੀ ਫਾਰਮੇਸ਼ਨ ਨੂੰ ਸਮਝਾਉਣ ਵਾਸਤੇ ਆਪਾਂ O2 ਮੋਲੀਕਿਊਲ ਦੀ ਫਾਰਮੇਸ਼ਨ ਲੈਣੇ ਕਾਦੀ ਫਾਰਮੇਸ਼ਨ ਦੈਟ ਇਜ਼ ਫਾਰਮੇਸ਼ਨ ਆਫ O2 molecule। formation of O2 molecule how you can say O2 molecule ਦੋ ਆਕਸੀਜਨ ਐਟਮ ਜੁੜ ਕੇ ਕੀ ਬਣਾਉਂਦੇ ਆ O2 molecule ਰਾਈਟ। ਇਹਦੇ ਕੇਸ ਦੇ ਵਿੱਚ O2 molecule ਦੇ ਕੇਸ ਦੇ ਵਿੱਚ ਕਿਸ ਤਰ੍ਹਾਂ ਅਸੀਂ ਫਾਰਮੇਸ਼ਨ ਕਰਨੀ ਹੈ ਆਕਸੀਜਨ ਐਟੋਮਿਕ ਨੰਬਰ 8 ਇਲੈਕਟ੍ਰੋਨਿਕ ਕਨਫੀਗਰੇਸ਼ਨ ਅਸੀਂ ਆਹ ਵਾਲੀ ਲਿਖ ਲਈਏ 2 6 ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ 6 ਠੀਕ ਹੈ। ਤਾਂ ਇਹਦਾ ਲਿਊਇਸ ਡਾਟ ਸਿੰਬਲ ਕੀ ਬਣੂਗਾ ਰਾਜੇ ਸਾਡੇ ਕੋਲ ਲਿਊਇਸ ਡਾਟ ਸਿੰਬਲ ਦੈਟ ਇਜ਼ ਆਕਸੀਜਨ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ 1 2 3 4 5 6 ਠੀਕ ਹੈ। ਤੁਸੀਂ ਇਹਦਾ ਸਿੰਬਲ ਇੱਦਾਂ ਬਣਾਉਣਾ ਕਿ ਸ਼ੇਅਰਿੰਗ ਆਪਾਂ ਈਜ਼ੀਲੀ ਕਰ ਸਕੀਏ ਔਰ ਦੂਸਰੇ ਆਕਸੀਜਨ ਦੇ ਆਊਟਰਮੋਸਟ ਸ਼ੈਲ 'ਚ ਵੀ ਕਿੰਨੇ ਇਲੈਕਟ੍ਰੋਨ ਹੈ 1 2 3 4 5 6 ਠੀਕ ਹੈ। ਹੁਣ ਇਹਨਾਂ ਨੂੰ ਆਪਸ ਦੇ ਵਿੱਚ ਜੋੜਨਾ ਹਾਊ ਯੂ ਕੈਨ ਬਾਈਂਡ them 1 2 3 4 5 6 1 2 3 4 5 6 ਆ ਇਲੈਕਟ੍ਰੋਨ ਇਹਨੇ ਇੱਥੋਂ ਸ਼ੇਅਰ ਕਰ ਲਏ ਇਲੈਕਟ੍ਰੋਨ ਇਹਨਾਂ ਨੇ ਇੱਥੋਂ ਸ਼ੇਅਰ ਕਰ ਲਏ। ਹੁਣ ਇੱਕ ਪੇਅਰ ਮਗਰ ਆ ਇੱਕ ਪੇਅਰ ਮਗਰ ਇੱਕ ਬੌਂਡ ਦੂਸਰੇ ਪੇਅਰ ਮਗਰ ਦੂਸਰੀ ਬੌਂਡ ਇਹਨਾਂ ਦੇ ਵਿੱਚ ਸਾਡੇ ਕੋਲ ਜਿਹੜੀ ਬੌਂਡ ਬਣੂਗੀ ਡਬਲ ਬੌਂਡ ਬਣੂਗੀ ਇਸ ਤਰ੍ਹਾਂ ਰਾਈਟ।
ਹੁਣ ਰਾਜੇ ਜਦੋਂ ਅਸੀਂ ਇਹਨਾਂ ਨੂੰ ਸ਼ੋ ਕਰਨਾ ਹੈ, ਇੱਥੇ ਮੈਂ ਸ਼ੋ ਕਰਨ ਲੱਗੀ ਹਾਂ ਇਹਨਾਂ ਇਲੈਕਟ੍ਰੋਨਸ ਨੂੰ ਕਿਸ ਤਰ੍ਹਾਂ, ਐਟਮਸ ਨੂੰ। ਆਕਸੀਜਨ ਆ ਦੂਸਰਾ ਆਕਸੀਜਨ 1 2 3 4 1 2 3 4 ਰਾਈਟ। ਇਸ ਤਰ੍ਹਾਂ ਆਕਸੀਜਨ ਮੋਲੀਕਿਊਲ ਇੱਦਾਂ ਵੀ ਸ਼ੋ ਕਰ ਸਕਦੇ ਆ ਤੁਸੀਂ, ਇਹਨੂੰ ਇਸ ਤਰ੍ਹਾਂ ਵੀ ਸ਼ੋ ਕਰ ਸਕਦੇ ਆ ਰਾਈਟ। ਦਿਸ ਇਜ਼ ਆਕਸੀਜਨ ਮੋਲੀਕਿਊਲ। ਹੁਣ ਰਾਜੇ ਇਹਦੇ ਕੇਸ ਦੇ ਵਿੱਚ ਅਸੀਂ ਦੋ ਇਲੈਕਟ੍ਰੋਨ ਦੇ ਪੇਅਰ ਜਿਹੜੇ ਆਪਸ ਦੇ ਵਿੱਚ ਸ਼ੇਅਰ ਕੀਤੇ ਆ, ਆਹ ਵਾਲੇ ਦੋ ਪੇਅਰ ਸ਼ੇਅਰ ਕੀਤੇ ਆ, ਠੀਕ ਹੈ। ਇੱਕ ਪੇਅਰ ਮਗਰ ਇੱਕ ਬੌਂਡ, ਦੂਸਰੇ ਪੇਅਰ ਮਗਰ ਕਿੰਨੀਆਂ ਬੌਂਡ ਬਣ ਗਿਆ, ਦੋ ਬੌਂਡ ਬਣ ਗਿਆ। ਹੁਣ ਇੱਕ ਚੀਜ਼ ਅਸੀਂ ਦੇਖਣੀ ਆ ਕਿ ਇਹਦੇ 'ਚ ਦੋ ਤਰ੍ਹਾਂ ਦੇ ਇਲੈਕਟ੍ਰੋਨ ਪ੍ਰੈਜ਼ੈਂਟ ਹੈ। ਇੱਕ ਇਲੈਕਟ੍ਰੋਨ ਉਹ ਹੈ ਜਿਹੜੇ ਬੌਂਡਿੰਗ ਦੇ ਵਿੱਚ ਹਿੱਸਾ ਲੈਂਦੇ ਆ, ਇੱਕ ਇਲੈਕਟ੍ਰੋਨ ਜਿਹੜੇ ਉਹ ਹੈ ਜਿਨ੍ਹਾਂ ਨੇ ਬੌਂਡਿੰਗ ਦੇ ਵਿੱਚ ਹਿੱਸਾ ਨਹੀਂ ਲਿੱਤਾ। ਤਾਂ ਜਿਹੜੇ ਇਲੈਕਟ੍ਰੋਨ ਨੇ ਬੌਂਡ ਫਾਰਮੇਸ਼ਨ 'ਚ ਹਿੱਸਾ ਲਿੱਤਾ ਹੈ ਉਹਨਾਂ ਇਲੈਕਟ੍ਰੋਨ ਨੂੰ ਅਸੀਂ ਕਹਿੰਦੇ ਆ ਬੌਂਡ ਪੇਅਰ ਇਲੈਕਟ੍ਰੋਨਸ। ਕਿਹੜੇ ਇਲੈਕਟ੍ਰੋਨ ਕਹਿੰਦੇ ਆ ਅਸੀਂ ਇਹਨਾਂ ਨੂੰ, bond pair electrons. These electrons are known as bond pair electrons. ਕੀ ਕਹਿੰਦੇ ਆ ਇਹਨਾਂ ਇਲੈਕਟ੍ਰੋਨਸ ਨੂੰ, these are bond pair electrons. ਔਰ ਜਿਹੜੇ ਆ ਹੈ ਜਿਨ੍ਹਾਂ ਨੇ ਬੌਂਡਿੰਗ ਦੇ ਵਿੱਚ ਹਿੱਸਾ ਨਹੀਂ ਲਿੱਤਾ, lone pair electron. These electrons are known as lone pair electron. Is this clear? ठीक, जिन्हें इलेक्ट्रॉन ने बॉन्ड फॉर्मेशन च हिस्सा नहीं लेता लोन पेयर, जिन्होंने बॉन्ड फॉर्मेशन च हिस्सा लेता है दे आर बॉन्ड पेयर इलेक्ट्रॉन. इज दिस क्लियर? सो ये आप डिस्कस की डबल बॉन्ड फॉर्मेशन, केड़ा केस लेता सी, फॉर्मेशन ऑफ ऑक्सीजन मॉलिक्यूल, राइट। दैन अगला आप केस लेना है, अगली जी टाइप की बॉन्डिंग लेनी है, दैट इज ट्रिपल कोवलेंट बॉन्ड. ट्रिपल कोवलेंट बॉन्ड. Triple covalent bond, this bond is formed by the sharing of three pairs of electron between two combining atom, right? This bond is formed by the sharing of three pair. ਜਦੋਂ ਦੋ ਐਟਮ ਦੇ ਵਿੱਚ ਕਿੰਨੇ ਪੇਅਰ ਆਪਸ ਦੇ ਵਿੱਚ ਸ਼ੇਅਰ ਹੋਣ, ਤਿੰਨ ਪੇਅਰ ਸ਼ੇਅਰ ਹੋਣ, so this type of bond is known as the triple covalent bond, right? ਹੁਣ ट्रिपल कोवलेंट बॉन्ड किन्ने पेयर शेयर करने हैं, 3. सो मैं इन्हू रब करन लगी हाँ इत्थे ताकि आप ईजिली समझा सकीए. ट्रिपल कोवलेंट बॉन्ड फॉर्मेशन दे विच असीं जिहड़ी चीज़ डिस्कस करनी है दैट इज फॉर्मेशन ऑफ N2 molecule. Formation of N2 molecule. How? Nitrogen, arrow N2. How you have to show it? नाइट्रोजन मॉलिक्यूल की फॉर्मेशन किस तरह शो करनी है, एलिमेंट केड़ा नाइट्रोजन, एटॉमिक नंबर 7, इलैक्ट्रॉनिक कन्फिगरेशन 2 5, आउटरमोस्ट शेल च कितने इलैक्ट्रॉन है 5. हुण ल्यूइस डॉट सिंबल असीं इहदा लिख के देखते हैं किद्दां लिखूगा. नाइट्रोजन के आउटरमोस्ट शेल च कितने इलैक्ट्रॉन है 5, 1 2 3 4 5, 1 2 3 4 5, राइट. ठीक है, हुण 5 इलैक्ट्रॉन है, चाहिए इनू 8 है, तो ये 3 इलैक्ट्रॉन साझे कर ले इन्होंने आपस दे विच. तो ये आउटरमोस्ट शेल कितने इलैक्ट्रॉन हो गए 1 2 3 4 5 6 7 8, और ये भी आउटरमोस्ट शेल कितने इलैक्ट्रॉन हो गए 8. ठीक है, और इन्होंने दोनों के बीच जी बॉन्ड बनी है दैट बॉन्ड इज नोन एज द ट्रिपल कोवलेंट बॉन्ड, राइट. तो ये आ तिन्ने पेयर जिन्हों ने बॉन्डिंग च हिस्सा लिता है, इन्होंने तिना पेयर को असीं कहने बॉन्ड पेयर्स. और आ जिहड़े इलैक्ट्रॉन है जिन्होंने बॉन्डिंग दे विच हिस्सा नहीं लिता पर पए हुए हैं, दे आर नोन एज लोन पेयर इलैक्ट्रॉन्स. हुण जिहड़े लोन पेयर इलैक्ट्रॉन्स है इन्हों लोन पेयर इस करके कहा जाता क्योंकि ये एटम लोड पैन ते किसी नूं भी अपने इलैक्ट्रॉन उधारे दे सकता है. दैट्स वाई दिस इलैक्ट्रॉन आर नोन एज लोन पेयर. जबकि बॉन्ड पेयर इलैक्ट्रॉन तो बॉन्ड बनाने दे विच यूज हो गए, इन्हों किसी दे नाल एक्सचेंज किया नहीं जा सकता. दैट्स वाई दिस इलैक्ट्रॉन्स आर नोन एज बॉन्ड पेयर इलैक्ट्रॉन. और नाइट्रोजन के मॉलिक्यूल दे विच आपस दे विच जिहड़ी ये बॉन्ड बनूगी, दिस बॉन्ड इज नोन एज द ट्रिपल बॉन्ड. सो थैंक यू वेरी मच स्टूडेंट्स. हुण जिहड़ी बॉन्ड आपां डिस्कस कीती आ उस बॉन्ड नूं असीं कहने आ कोवलेंट बॉन्ड. एक होर आपां इहदी टाइप भी जनरल करैक्टरिस्टिक्स डिस्कस कर लिए कोवलेंट कंपाउंड्स दियां.
वो भी ਇਹਦਾ ही हिस्सा है। सो प्रॉपर्टीज ऑफ कोवैलेंट कंपाउंड्स, कैरेक्टरिस्टिक्स और प्रॉपर्टी कोई वर्ड है, प्रॉपर्टीज ऑफ कोवैलेंट कंपाउंड्स। कोवैलेंट कंपाउंड्स के गुण की होंगे है, राइट। फर्स्ट इज फिजिकल स्टेट। फिजिकल स्टेट ये जोड़े कंपाउंड है ये सॉलिड भी हो सकते हैं, ये लिक्विड भी हो सकते हैं, ते मे बी इन द गैसेस फॉर्म। सो अगले की है, दे एग्जिस्ट आइदर in solid form, either in solid form, liquid form, or in gaseous form. दे एग्जिस्ट आइदर इन सॉलिड लिक्विड गैसेस फॉर्म। इन्होंने जो मतलब तिने स्टेट हो सकती है, जबकि जेडे आयनिक कंपाउंड से उन्होंने खासियत की सी कि सॉलिड ही होंगे है। सो ਜਿਹੜੇ ਕੋਵਲੈਂਟ ਕੰਪਾਊਂਡ ਹੈ ਆਇਨਿਕ ਬੌਂਡ ਨੂੰ ਅਸੀਂ ਨਾਰਮਲੀ ਸਟਰੋਂਗ ਬੌਂਡ ਮੰਨਦੇ ਆ, ਰਾਈਟ। ਲੇਕਿਨ ਜਿਹੜੀ ਕੋਵਲੈਂਟ ਬੌਂਡ ਹੈ ਆਇਨਿਕ ਬੌਂਡ ਦੇ ਕੰਪੈਰੀਟਿਵਲੀ ਵੀਕ ਬੌਂਡ ਹੈ, ਰਾਈਟ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਹੈ ਉਹ ਲੋ ਹੁੰਦਾ। ਸੋ ਦੇ ਹੈਵ low melting and boiling point, right? Is this clear? Then solubility. So these compounds are जिन्ने भी कोवलेंट कंपाउंड है, क्योंकि सेम तरह के एटम के विच बनते हैं, राइट। कोवलेंट बॉन्ड सेम तरह के एटम के विच बनती है, इस करके ये जिहड़े कंपाउंड है दे आर सॉल्युबल इन नॉन पोलर सॉल्वेंट्स। दीज कंपाउंड्स आर सॉल्युबल इन नॉन पोलर सॉल्वेंट्स। वाटर पोलर सॉल्वेंट है, राइट, क्योंकि ये दो पोल होंगे हैं। नॉन पोलर सॉल्वेंट्स फॉर एग्जाम्पल ये जड़े आ घुल सकते हैं कार्बन डाइसल्फाइड, कार्बन टेट्राक्लोराइड, दे मे आल्सो बी सॉल्युबल इन बेंजीन, राइट। सो ये जड़े आ लेकिन वाटर दे विच काफ़ी घट घुलते हैं, ठीक। सो ये कंपाउंड जड़े आ जनरली काहदे च सॉल्युबल होंगे आ नॉन पोलर सॉल्वेंट्स दे विच। बेंजीन, कार्बन टेट्राक्लोराइड काफ़ी ज़्यादा आप यूज़ करते हैं, जो कंपाउंड है काफ़ी घट यूज़ करते हैं सॉल्युबिलिटी वास्ते। दैन दे आर बैड कंडक्टर ऑफ इलैक्ट्रिसिटी। दे आर बैड कंडक्टर ऑफ they are bad conductor of electricity. So this is the all about the qualities of covalent compounds, ठीक है। सो दैट्स ऑल अबाउट द कोवलेंट बॉन्ड एंड कोवलेंट कंपाउंड्स। सो बेसिकली दो तरह दी बॉन्ड्स जिहड़ियां ये इंपॉर्टेंट है, बाकी होर भी टाइप दी बॉन्ड्स जिहड़ियां आपां इहदे विच डिस्कस करांगे। कोआर्डीनेट बॉन्ड काफ़ी ज़्यादा एग्जाम दे विच आंदी हुंदी है, उहदे बारे लेटरली डिस्कस करांगे। थैंक यू वेरी मच स्टूडेंट्स।